परम सन्मानयोग गुरु सवारी साध संगत जीओ। अंतर जामी अकाल पुरख वाहिगुरु जी की अपार कृपा दा सदका है। जुगो जुग अटल चवर छतर तखत दे मालक सतगुरु श्री गुरु ग्रंथ साहिब जी की पावन पवित्र हजूरी अंदर शुभायमान हो करके अमृतमयी गुरबाणी के पाठ कथा कीर्तन श्रवण करके अपना जीवन सफल बना रहे हैं। अमृत वेले नूं संभालते हुए इशनान पान सोध के गुरु दरबार की हाजरियां भर रहे हैं। सतगुरु ने अपार कृपा बख्शिश रहमत की है। श्री मुख वाक की बख्शिश हुई है। आप सारे ही अपनिया मन बिरतियां एकागर करके इस पावन पवित्र शब्द की कथा विचार श्रवण करिए। सब तो पहला अपनी रसना नूं पवित्र करते हुए प्यार सहित उच्चारण करो। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सोरठ महला पंजवा घर दूजा। सतगुरु श्री गुरु अर्जन देव साहिब जी महाराज शहीदां दे सरताज सोरठ राग दे दूसरे घर सुरताल के अंदर कृपा दृष्टि करते हुए पावन पवित्र श्री मुखवाक की बख्शिश कर रहे हैं। इस पावन पवित्र शब्द के अंदर सतगुरु श्री गुरु अर्जन देव साहिब जी ने अकाल पुरख वाहिगुरु जी की महिमा की वडियाई गायन की है। ते सानू कुछ प्रमाण कुछ दृष्टांत देके वाहिगुरु परमेश्वर के ताई भरोसा ते विश्वास दिवाते हैं कि वह परमात्मा कितना वड्डा है, कितना समर्थ है। सब तो पहला आप सारिਆਂ ਨੂੰ ਇਹ ਗੱਲ ਮੰਨਣੀ पड़ेगी कि वाहिगुरु परमेश्वर है। वो हर एक जगह पे है। वो कण कण दे विच रमिया होया है। उस परमात्मा की होंद नूं कबूल करना पड़ेगा। किसी पल भी किसी समय विच भी सानू उहदी होंद तो मुकरर नहीं होना पैना। ये नहीं कदे भी आप आख सकते कि वाहिगुरु परमेश्वर नहीं है। जे वो है तो इस वेले मैं जो कर्म कर रहा हाँ इत्थे मैनू नहीं वेख रहा या इत्थे वो हाजर नाजर नहीं है। मैनू कोई बंदा नहीं वेखदा ताकि रब भी मैनू नहीं वेख रहा होएगा तो ये गलत काम मैं कर ही लवां। बस जदों ये मन विच ये ख्याल आउंदा है ना उदों साडे कोलों पाप होंदे हैं, उदों साडे कोलों गलत काम होंदे हैं।
ਜਦੋਂ ਅਸੀਂ ਪਰਮਾਤਮਾ ਦੀ ਹੋਂਦ ਨੂੰ ਭੁਲਾ ਦਿੰਦੇ ਹਾਂ। ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਇਸ ਪਾਵਨ ਸ਼ਬਦ ਦੇ ਅੰਦਰ ਇਹੀ ਕਿਰਪਾ ਕਰ ਰਹੇ ਹਨ ਕਿ ਉਹ ਕਿੰਨਾ ਕੁ ਸਮਰੱਥ ਹੈ, ਕਿੰਨਾ ਕੁ ਸ਼ਕਤੀਸ਼ਾਲੀ ਹੈ। ਉਹਦੀ ਹੋਂਦ ਨੂੰ ਹਰ ਵੇਲੇ ਮਹਿਸੂਸ ਕਰਨਾ ਹੈ, ਹਰ ਜਗ੍ਹਾ 'ਤੇ ਉਹਨੂੰ ਹਾਜ਼ਰ ਨਾਜ਼ਰ ਜਾਣਨਾ ਹੈ। ਸੋ ਇਉਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਹੀ ਪਿਆਰ ਦੇ ਨਾਲ, ਬਹੁਤ ਹੀ ਮਿੱਠੀ ਤੇ ਸੁੰਦਰ ਗੁਰਬਾਣੀ ਉਚਾਰ ਕੇ ਸਾਨੂੰ ਉਪਦੇਸ਼ ਦੇ ਰਹੇ ਹਨ ਜੀ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ। ਸਤਿਗੁਰੂ ਜੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਨੇ ਹੱਥ ਜੋੜ ਕੇ। ਇਹ ਅੱਜ ਜਦੋਂ ਆਪਾਂ ਅਰਦਾਸ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਤੇ ਗੁਰਦੁਆਰਾ ਸਾਹਿਬ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਸਨਮੁਖ ਖੜੇ ਹੋ ਕੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ। ਪਰ ਜਿਸ ਮੌਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ, ਉਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਾਲੇ ਹੋਂਦ ਦੇ ਵਿੱਚ ਨਹੀਂ ਸਨ ਆਏ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿੰਨੀ ਵੀ ਗੁਰਬਾਣੀ ਉਚਾਰਨ ਕੀਤੀ ਹੈ, ਜਿੰਨੇ ਸ਼ਬਦ ਗਾਇਨ ਕੀਤੇ, ਉਹ ਵਾਹਿਗੁਰੂ ਪਰਮੇਸ਼ਰ ਨੂੰ ਹਰ ਇੱਕ ਜਗ੍ਹਾ 'ਤੇ ਹਾਜ਼ਰ ਨਾਜ਼ਰ ਜਾਣ ਕੇ ਉਹਦੀ ਹੋਂਦ ਨੂੰ ਹਰ ਇੱਕ ਜਗ੍ਹਾ 'ਤੇ ਮਹਿਸੂਸ ਕਰਦੇ ਹੋਏ ਤੇ ਸਾਰੇ ਸ਼ਬਦ ਉਚਾਰਨ ਕੀਤੇ। ਇਸ ਤਰ੍ਹਾਂ ਸਤਿਗੁਰੂ ਜੀ ਅਰਦਾਸ ਬੇਨਤੀ ਕਰਦੇ ਹਨ, ਜਿਵੇਂ ਆਪਾਂ ਅੱਜ ਦੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਗੇ ਖੜੇ ਹੋ ਕੇ ਅਰਦਾਸ ਕਰਦੇ ਹਾਂ। ਆਪਾਂ ਘਰ ਵਿੱਚ ਬੈਠੇ ਹੁੰਦੇ ਹਾਂ ਜਾਂ ਕੋਈ ਕਾਰ ਵਿਹਾਰ ਕਰਦੇ ਹੋਈਏ ਤੇ ਆਪਣੀ ਭਾਵਨਾ, ਆਪਣਾ ਹਾਵ ਭਾਵ, ਉੱਠਣ ਬੈਠਣ ਬੋਲਣ ਦਾ ਤਰੀਕਾ ਕੁਝ ਹੋਰ ਹੁੰਦਾ ਹੈ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਹਾਂ, ਉਦੋਂ ਆਪਣਾ ਹਾਵ ਭਾਵ, ਤਰੀਕਾ ਬੋਲਣ ਦਾ, ਉੱਠਣ ਬੈਠਣ ਦਾ ਕੁਝ ਹੋਰ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਤਾਂ ਗੁਰੂ ਮੰਨਦੇ ਹਾਂ, ਇਹ ਤੋਂ ਡਰਦੇ ਵੀ ਹਾਂ, ਇਹਦਾ ਪਿਆਰ ਵੀ ਹੈ, ਸ਼ਰਧਾ ਭਾਵਨਾ ਵੀ, ਵਿਸ਼ਵਾਸ ਵੀ ਹੈ। ਪਰ ਜਦੋਂ ਘਰੇ ਜਾ ਵੜਦੇ ਹਾਂ, ਬਾਜ਼ਾਰ ਵਿੱਚ ਜਾ ਵੜਦੇ ਹਾਂ, ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ। ਇਹ ਸਾਡੇ ਕਰਤੱਵ ਤੋਂ, ਸਾਡੀ ਰਹਿਣੀ ਬਹਿਣੀ ਤੋਂ, ਸਾਡੇ ਆਚਰਣ ਤੋਂ, ਸਾਡੀ ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਗੁਰਦੁਆਰਿਆਂ ਵਿੱਚ ਆ ਕੇ ਬੈਠਦੇ ਹਾਂ, ਉਸ ਤਰੀਕੇ ਨਾਲ ਅਸੀਂ ਘਰ ਵਿੱਚ ਨਹੀਂ ਬੈਠਦੇ, ਕਿਸੇ ਨਾਲ ਵਿਵਹਾਰ ਨਹੀਂ ਕਰਦੇ। ਇਹਦਾ ਮਤਲਬ ਕਿ ਅਸੀਂ ਸਿਰਫ ਗੁਰਦੁਆਰਿਆਂ ਵਿੱਚ ਹੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਹਾਂ, ਬਾਕੀ ਥਾਵਾਂ 'ਤੇ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬ੍ਰਹਮ ਸਰੂਪ ਨੇ ਤੇ ਹਰ ਜਗ੍ਹਾ 'ਤੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ। ਪਰਮਾਤਮਾ ਜੀ, ਜਦੋਂ ਸਾਡੀ ਹੋਂਦ ਬਣੀ ਮਾਂ ਦੇ ਗਰਭ ਵਿੱਚ, ਇਹ ਤੇ ਅੱਜ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਤੇ ਸਤਿਗੁਰਾਂ ਨੇ
500 साल पहला ही गुरबाणी दे विच सिद्ध करके सानू दसिया है कि माँ की रकत पिता बिंद धारा। एक पानी की निक्की जी बूंद तो साडा वजूद, साडा ये शरीर बनया है। फिर साडा वजूद बनया, साडा शरीर जिहड़ा तैयार होया है, ये किवें होया? पुठे तरीके दे नाल। 9 महीने विच माँ दे गर्भ दे आपां रहिंदे आ पुठे लटकदे होए। बाबा फरीद साहब जी ने गुरबाणी विच सानू समझाउणा कीता है कि गढ़ेंदिया 6 माह तुरंदिया एक खिनो। जदों साडा शरीर बनदा है ना, पानी की एक बूंद तो हौली हौली तैयार होंदा है। फिर ये शरीर दियां जिहड़ियां गठ्ठां ने जे तैयार होंदियां ने, जोड़, हड्ड, मांस, रोम, नाड़ियां, ये सारा शरीर कंप्लीट होण नूं 6 महीने लगदे हैं। जिन्हें गढ़ेंदियां 6 माह, जिवें बीबियां स्वेटर बनाउंदियां ने ना, सिलाई दे नाल गठ्ठां दे के गड्ढा दे के टाइम लगता है उन्होंने, जो उहदा आकार तैयार होने में कुछ समा लगता है। इसी तरह गढ़ेंदियां 6 माह पूरा कंप्लीट शरीर तैयार होने में 6 महीने लगते हैं। उस तो बाद का जिहड़ा समा होंदा ना, बाकी दे 3 महीने उहदे विच शरीर मजबूत होंदा, पकदा है। जिवें घुमियार कच्ची मिट्टी का घड़ा बना के, बर्तन खिडौने मूर्तियां बना के तैयार करके उन्होंने चंगी रूप रेखा दे के फिर कुछ समय वास्ते उन्होंने अग दे विच रखदा है कि ये चंगी तरह पक जाए। फिर जदों पक जाता फिर उन्होंने उस भट्ठ चों अग तो बाहर कढ़ के ਉਹਦੇ ਉੱਤੇ रंग रोगन किया जाता है, हार श्रृंगार पाए जाते हैं कि ये मूर्ति, ये घड़ा बड़ा सोहना लगे, ये उत्ते वेल बूटियां पा देवां, इहनूं रंग कर देवां। तो सिखो इन बिन यही सिस्टम कुदरत का है। 6 महीने विच साडा शरीर तैयार होंदा है ते करीबन 3 महीने की पकाई होंदी है, सिकाई होंदी है, पकदा है, मजबूत होता है। ते फिर वाहिगुरू परमेश्वर इस शरीर के उपर चंगी तरह रूप रेखा रंग रोगन किया जाता ताकि ये बंदा सोहना लगे। तो 6 महीने तो लैके फिर 3 महीने करीबन 9 महीने माँ के गर्भ विच बंदा पुट्ठा लटकदा है। फिर उत्थे बड़ा वड्डा सेक भी है, बड़ी अग है जिहदे विच पकदा है। शरीर वही है जिहड़ा हुण आपां लई बैठे। 9 महीने लगातार ये अग दे विच पकदा है ते पुट्ठा लटकदा रहता है, कुछ भी नहीं होता, इहनूं समों तैयार होता है, बनता है। ते अज जिहड़ा आपां शरीर लई बैठे हैं ना, ये भी उसे ही प्रक्रिया विचों हो के आया है। जे आपां इस शरीर नूं अज 9 महीने अग दे विच रख दईए, रह जाएगा शरीर ये? नहीं। 9 महीने तो छड्डो, 9 घंटे भी छड्डो, 9 मिनट भी नहीं रह सकता अग दे विच। भुलेखे दे नाल, गलती दे नाल कई वेरा बंदे कोलों, बीबियां कोलों पत्थर भी चबे जाते हैं, रोटी विच निकल जांदियां थले, पेट भी चले जाते हैं।
पर वो पत्थर जिहड़े ने ना रोटी भस्म हो जाती है। इन्नी अग साडे शरीर विच है, जिहनूं आखदे ने जठरागन दी अग, जिहनूं गुरबाणी दे विच गुरु साहिब जी ने कृपा कीती है कि खाधा होए सुआहा भी खाने सो दोस्ती। इन्नी खतरनाक जठरागन दी अग साडे शरीर अंदर साडे पेट दे विच है कि कच्चियां चीज़ां सलाद आदि आपां खांदे आ, लकड़ी कई बार चप जाते आ, प्रशादा छकदे आ, 2-4 घंटिਆਂ ਵਿੱਚ ਹੀ सारा खाधा पीता सुआह बन जाता है, राख बन के फिर बाहर निकल जाता है। खाधा होए सुआहा, जिन्ने मिठे चंगे पदार्थ खा लिए राख बन जाते हैं। इहो जिहा सिस्टम वाहिगुरू परमेश्वर ने साडे पेट के अंदर फिट किया है। भी खाने सो दोस्ती, पुनः फिर आपां खाण पीण नाल दोस्ती करते हैं, भोजन के नाल साडी बड़ी प्रीति है। पता भी है कि 4 घंटे पहला जो मैं खाधा सी राख बन के बाहर निकल गया, मैं फिर खाण नाल प्रीति करदा। ये गुरु साहिब जी का एक तरीका है सानू समझाउण दा। इन्ना वड्डा उपदेश दिता है, सिक्ख्या दिती कि गुरु सिखो तुसी जो पदार्थ खाधे स्वाह बन के गंद बन के बाहर निकल गए, इत्थों समझ लवो कि सानू खाण पीण के पदार्थों नाल दोस्ती नहीं करनी, प्रीति नहीं करनी। फिर महाराज की करिए ते पातशाह कहना अचिंत मिले सो खाए। फरमाइश नहीं करनी कि अज मैं आ खाना, अज आ बना दो, अज आ बना दो। सुभावक ही जो पदार्थ सतो गुणी मिल जाण उही छकने चाहिए हैं। हल्का फुल्का भोजन खाना चाहिए, खाण दे नाल बड़ी प्रीति नहीं रखनी चाहिए क्योंकि ये सुआह हो जाते हैं। तो इस तरह गुरु साहिब जी ने सानू सिक्ख्या दी है कि जठरागन की अग विच 9 महीने ये शरीर कच्चा मांस का लोथड़ा किवें तैयार होता है, तो उही शरीर हुण साडे कोल हुण ते पक भी गया, शरीर मजबूत हो गए ने हड्ड, पर हुण 9 मिनट भी अग विच नहीं रह सकता। 9 महीने यही शरीर पुट्ठा लटक के आया, तो हुण आपां इहनूं 9 मिनट पुट्ठा लटका दईए। जिहड़ा शरीर आपां लई बैठे हाँ लत्तां विच पा के रस्सा, तेनूं पुट्ठा लटका दईए, की बनूगा भाई? 9 मिनट कढ़ जूगा ये? नहीं। तो 9 महीने कढ़ के आया। कारण की है? कारण सतगुरु जी अज इस शब्द विच बयान करते हैं। मात गर्भ में आपन सिमरन दे, तै तुम राखन हारे। वाहिगुरू, मां दे गर्भ दे विच तू अपना सिमरन मैनू दिता सी, तां मैं सही सलामत रहा। सतगुरु अर्जन देव साहिब जी अज इस पावन शब्द के अंदर सानू यही सिक्ख्या दे रहे हैं कि उस अवस्था विच इन्ना लंबा समा सानू कोई तकलीफ नहीं हुई, कोई दर्द नहीं होया, असीं रोए नहीं, तड़फे नहीं, क्योंकि उत्थे परमेश्वर का सिमरन सीगा। श्वास श्वास साडी सुरत जिहड़ी ब्रह्म दे नाल जुड़ी हुई सी, ते जदों सुरत साडी ब्रह्माकार हो जाए,
ਸਾਡੀ ਸੁਰਤ ਬ੍ਰਹਮ ਦੇ ਵਿੱਚ ਲੀਨ ਹੋ ਜੇ, ਸਿਮਰਨ ਦੇ ਵਿੱਚ ਜੁੜ ਜਾਵੇ, ਤੇ ਉਸੇ ਹੀ ਪ੍ਰਕਿਰਿਆ ਨੂੰ ਬ੍ਰਹਮ ਗਿਆਨੀਆਂ ਨੇ ਇਸ ਸੰਸਾਰ ਵਿੱਚ ਆ ਕੇ ਅੰਜਾਮ ਦਿੱਤਾ ਤੇ ਪ੍ਰੈਕਟੀਕਲ ਕੀਤਾ ਤੇ ਕਰਕੇ ਸਾਨੂੰ ਦਿਖਾਇਆ ਕਿ ਜੋ ਗੁਰਬਾਣੀ ਵਿੱਚ ਲਿਖਿਆ ਨਾ ਉਹ ਸੱਚੋ ਸੱਚ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਬੰਦ ਕੱਟਿਆ ਗਿਆ, ਪਰ ਇਹਨਾਂ ਨੂੰ ਤਕਲੀਫ ਨਹੀਂ ਹੋਈ, ਹਾਏ ਤੌਬਾ ਨਹੀਂ ਕੀਤੀ, ਤੜਫੇ ਨਹੀਂ, ਦਰਦ ਨਹੀਂ ਹੋਇਆ। ਦੇਗੇ ਵਿੱਚ ਉਬਾਲੇ ਗਏ, ਰੂਹ ਵਿੱਚ ਵਲੇਟ ਕੇ ਅੱਗ ਲਾਤੀ ਸਿੱਖਾਂ ਨੂੰ, ਪਰ ਤੜਫੇ। ਇਹ ਦੱਸ ਦਿੱਤਾ ਇਹਨਾਂ ਨੇ ਕਿ ਜੋ ਗੁਰਬਾਣੀ ਵਿੱਚ ਲਿਖਿਆ ਸੱਚ ਹੈ, ਕਿ ਜੇ ਪ੍ਰਮਾਤਮਾ ਨੇ ਆਪਣਾ ਸਿਮਰਨ ਦੇ ਕੇ ਮਾਂ ਦੇ ਗਰਭ ਵਿੱਚ, ਮਾਂ ਦੀ ਜਠਰਾਗਨ ਵਿੱਚ ਪੁੱਠੇ ਲਟਕਦਿਆਂ ਸਾਡੀ ਰੱਖਿਆ ਕੀਤੀ, ਤੇ ਹੁਣ ਵੀ ਉਹ ਰੱਖਿਆ ਕਰਦਾ ਹੈ। ਪਰ ਸਾਨੂੰ ਆਪਣਾ ਕਰਤੱਵ ਨਿਭਾਉਣਾ ਚਾਹੀਦਾ ਹੈ ਕਿ ਮਾਂ ਦੇ ਗਰਭ ਵਿੱਚ ਅਸੀਂ ਪਰਮੇਸ਼ਰ ਨਾਲ ਜੁੜੇ ਹੋਏ ਸੀ, ਸੰਸਾਰ ਵਿੱਚ ਆ ਕੇ ਅਸੀਂ ਪਰਮੇਸ਼ਰ ਦੇ ਸਿਮਰਨ ਤੋਂ ਟੁੱਟ ਗਏ ਹਾਂ, ਬਹੁਤ ਦੂਰ ਹੋ ਗਏ, ਤਾਂ ਸਾਨੂੰ ਤਕਲੀਫ ਹੁੰਦੀ ਹੈ। ਗਰਮੀ ਬਰਦਾਸ਼ਤ ਨਹੀਂ ਹੁੰਦੀ, ਸਰਦੀ ਬਰਦਾਸ਼ਤ ਨਹੀਂ ਹੁੰਦੀ, ਸਿਰ 'ਚ ਪੀੜ ਬਰਦਾਸ਼ਤ ਨਹੀਂ ਹੁੰਦੀ, ਕੰਡਾ ਚੁੱਭ ਜੇ ਤੇ ਉਹ ਬਰਦਾਸ਼ਤ ਨਹੀਂ ਹੁੰਦਾ। ਇੰਨੀਆਂ ਛੋਟੀਆਂ ਤਕਲੀਫਾਂ ਕਾਰਨ ਕਿ ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਟੁੱਟ ਚੁੱਕੇ ਹਾਂ। ਗੁਰਸਿੱਖਾਂ ਨੇ ਦੁਬਾਰਾ ਫਿਰ ਪਰਮੇਸ਼ਰ ਦੇ ਨਾਲ ਜੁੜ ਕੇ ਆਪਣੇ ਸਰੀਰ ਦੇ ਉੱਪਰ ਆਰੇ ਚਲਵਾ ਕੇ, ਬੰਦ ਕਟਵਾ ਕੇ, ਕੋਪੜੀਆਂ ਲੋਹਾ ਕੇ, ਅੱਗ ਵਿੱਚ ਬਲੇਟੇ ਲੈ ਕੇ ਤੇ ਦੇਗਿਆਂ ਵਿੱਚ ਉਬਾਲੇ ਖਾ ਕੇ ਸਾਨੂੰ ਦੱਸ ਦਿੱਤਾ ਕਿ ਇਹ ਉਹੀ ਸਿਮਰਨ ਹੈ ਜੋ ਅਸੀਂ ਮਾਂ ਦੇ ਗਰਭ ਵਿੱਚ ਕਰਦੇ ਸੀ। ਇੱਕ ਵੇਰਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੌਕੇ 'ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜੋ ਗੁਰੂ ਘਰ ਦੇ ਬਿਆਸ ਆਚਾਰੀਆ ਹੋਏ, ਇਹਨਾਂ ਕੋਲੇ ਬਹੁਤ ਸਾਰੇ ਵੈਦ, ਹਕੀਮ ਤੇ ਵੱਡੇ ਆਚਾਰੀਆ, ਪੰਡਤ, ਇੱਕ ਬਹੁਤ ਵੱਡਾ ਜਥਾ ਮੰਡਲੀ ਇਕੱਠੀ ਹੋ ਕੇ ਆ ਗਈ ਕੁਛ ਵਿਚਾਰ ਚਰਚਾ ਕਰਨ ਵਾਸਤੇ। ਤੇ ਆ ਕੇ ਸਾਰੇ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਇੱਕ ਗੱਲ ਪੁੱਛਣੀ ਹੈ। ਉਹ ਗੱਲ ਸਾਡੀ ਸਮਝ ਵਿੱਚ ਨਹੀਂ ਆਈ। ਅਸੀਂ ਵੱਡੇ ਵੈਦ ਹਾਂ, ਹਕੀਮ ਹਾਂ, ਡਿਗਰੀਆਂ ਸਾਡੇ ਕੋਲ ਨੇ, ਇਹ ਲੋਕ ਨੇ, ਇਹਨਾਂ ਨੇ ਵੇਦ ਪੜ੍ਹੇ ਨੇ, ਸ਼ਾਸਤਰ ਪੜ੍ਹੇ ਨੇ, ਗ੍ਰੰਥ ਪੜ੍ਹੇ ਨੇ, ਇਹਨਾਂ ਦੀ ਸਮਝ ਵਿੱਚ ਵੀ ਇਹ ਗੱਲ ਨਹੀਂ ਆਈ। ਕਿਹੜੀ ਗੱਲ? ਕਹਿੰਦੇ ਬੱਚਾ ਜਦੋਂ ਜਨਮ ਲੈਂਦਾ ਤੇ ਰੋਂਦਾ ਕਿਉਂ ਹੈ। ਇਹ ਗੱਲ ਉਸ ਵੇਲੇ ਦੀ ਤਾਂ ਹੈ ਹੀ, ਅੱਜ ਦੇ ਡਾਕਟਰਾਂ ਨੂੰ ਵੀ ਸਮਝ ਨਹੀਂ ਆਈ। ਅੱਜ ਦੇ ਵੱਡੇ ਜਿਹੜੇ ਸਪੈਸ਼ਲਿਸਟ ਹਨ, ਸਾਇੰਟਿਸਟ ਹਨ, ਵਿਗਿਆਨਿਕ, ਬੜੀਆਂ ਖੋਜਾਂ ਕੀਤੀਆਂ ਨੇ, ਅੱਜ ਤੱਕ ਇਹ ਸਮਝ ਨਹੀਂ ਆਈ ਕਿ ਬੱਚਾ ਜਨਮ ਲੈਣ ਤੋਂ ਤੁਰੰਤ ਬਾਅਦ ਰੋਂਦਾ ਕਿਉਂ ਹੈ, ਕਾਰਨ ਕੀ ਹੁੰਦਾ ਹੈ। ਭਾਈ ਸਾਹਿਬ ਜੀ ਬੜੀ ਉਮੀਦ ਨਾਲ ਆਇਆ ਤੁਹਾਡੇ ਕੋਲੇ, ਤੇ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਤਾਂ ਕੋਈ ਵੱਡੀ ਗੱਲ ਨਹੀਂ ਆ, ਇਹ ਜੇ ਮਾਲੂਮ ਕਰਨਾ ਹੈ ਨਾ, ਪਤਾ ਕਰਨਾ ਹੈ, ਤੇ ਇਹਦੀ ਜਾਣਕਾਰੀ ਲੈਣੀ ਹੈ, ਤਾਂ ਇਹਦੇ ਵਾਸਤੇ ਤੁਹਾਨੂੰ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈ, ਇਹਦੇ ਵਾਸਤੇ ਤੁਹਾਨੂੰ ਸਰੀਰਕ ਤਲ 'ਤੇ ਖੋਜ ਕਰਨ ਦੀ ਲੋੜ ਨਹੀਂ ਹੈ, ਇਹਦੇ ਵਾਸਤੇ ਸਿਮਰਨ ਦੀ ਲੋੜ ਹੈ, ਨਾਮ ਜਪਣ ਦੀ ਲੋੜ ਹੈ। ਜਿਹੜਾ ਨਾਮ ਜਪੇ, ਸਿਮਰਨ ਕਰੇ, ਉਹਨੂੰ ਇਹ ਪਤਾ ਲੱਗਦਾ ਹੈ ਕਿ ਬੱਚਾ ਜਨਮ ਲੈਣ ਸਮੇਂ ਰੋਂਦਾ ਕਿਉਂ ਹੈ। ਤਕਲੀਫ ਤਾਂ ਉਹਨੂੰ ਕੋਈ ਨਹੀਂ ਹੁੰਦੀ। ਤੰਦਰੁਸਤ ਬੱਚੇ ਹੀ ਰੋਂਦੇ ਨੇ, ਬਿਮਾਰ ਰੋਂਦੇ ਨਹੀਂ, ਇਹ ਵੀ ਗੱਲ ਆ। ਚੰਗੇ ਭਲੇ ਆਪਾਂ ਬੈਠੇ, ਆਪਾਂ ਨੂੰ ਕੋਈ ਤਕਲੀਫ ਨਹੀਂ, ਆਪਾਂ ਕਿਉਂ ਰੋਵਾਂਗੇ। ਰੋਈਏ ਤੇ ਤਾਂ ਜੇ ਕੋਈ ਮਾਰੇ ਕੁੱਟੇ, ਤਕਲੀਫ ਹੋਵੇ, ਨੁਕਸਾਨ ਹੋ ਜਾਏ ਤਾਂ ਰੋਂਦੇ ਹਨ ਨਾ। ਤੰਦਰੁਸਤ ਬੱਚੇ ਨੂੰ ਫਿਰ ਰੋਣ ਦਾ ਕਾਰਨ ਸਾਡੀ ਸਮਝ ਨਹੀਂ ਆਇਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਦੱਸਿਆ ਕਿ ਗੁਰਮੁਖੋ,
ये है आत्मक विचार, आत्मा के तल ते खोज किए जाने वाला ये विषय है। तुसी खोज करो बाहरली शरीर के तल ते, जे तुसी सिमरन दे नाल जुड़ो तां पता लगे। तो दसो फिर भाई साहब जी ने अपनी वारां दे विच दस्सिया, रोवै रतन गवाए कै माया मोह हनेर गुबारा, ओह रोवै दुख आपना हस हस गावै सब परवारा। गुरमुखो अज तुहानू मैं दसदा कि तुसी सही जगह ते आए हो। जन्म लैंदियां सार ही बच्चा रोंदा क्यों है? ਉਹਦਾ कारण यह है कि रोवै रतन गवाए कै। माँ के गर्भ विच गढ़ेंदियां 6 माह तुड़ंदियां हिक खिन्नो, बाबा फरीद साहब जी कहते हैं 6 महीने विच शरीर कंप्लीट होंदा। जिहड़ियां गट्ठां ने ना जोड़ ये तैयार होंदे ने, रोम चमड़ी हड्ड मांस 6 महीने लगते हैं। गुरबाणी डॉक्टरां की खोज फेल है, बाबा फरीद साहब जी ने खोज की गुरबाणी। गढ़ेंदियां 6 माह, फिर तुड़ंदियां हिक खिन्नो, इनू टुटदियां एक खिन भी नहीं लगना। एक सैकेंड तो बड़ा वड्डा होंदा। क्या परवासा इस भांडे का इतनक लागे ठनका। घड़े नूं तैयार होंदियां एक आधा घंटा तो लगता ही है, फिर पकदा अग दे विच, टुटन लग्या देर ही लगती है। घड़े नूं ठेला लग्या माड़ा जा ठिठ ते गया, आए शरीर आ। एक खिन विच टुट जाता है, खत्म हो जाता है। तो तैयार होने 6 महीने बाद दे 3 महीने विच पकदा है, तैयार होंदा, मजबूती आउंदी है चमड़े विच, मांस विच, हड्डियां विच, जोड़ां विच, जिवें अग ते सेक च पकाया जाता। तो भाई साहब जी कहन लगे 6 महीने जिहड़ा ये बालक पुट्ठा लटकदा रहा, 9 महीने। हुण आपां नूं 9 मिनट कोई पुट्ठा लटका दे, 9 मिनट तो छड्डो, तीजा मिनट नहीं चढ़ना, आराम नाम सत्त हो जाता है। 9 महीने आपां अग च रह के आए हाँ, हुण आपां नूं कोई 9 मिनट अग च पा के दखे, 9 मिनट तो छड्डो, 9 सेकंडां च कहानी खत्म हो जाती है। कारण कि उदों अपने कोल सिमरन सी। सिमरन दे नाल ही साडी होंद, साडा वजूद, साडा शरीर बनिया। ज्यों ज्यों पानी की बूंद मांस हड्डियां च तब्दील होंदी गई, त्यों त्यों वाहिगुरू परमेश्वर का सिमरन सानू मिलता रहा। ਉਹਦੀ छत्र छाया, ਉਹਦੀ कृपा सानू मिलती रही, साडा वजूद बनता रहा, तो सानू कोई तकलीफ नहीं हुई। हुण तकलीफ होंदी है कि असी वो तो टुट गए हाँ, विछड़ गए हाँ, भुल गया सानू। तो भाई साहब जी कहते रोवै रतन गवाए कै। ये तां रोंदा कि इहदे कोल एक रतन सी। बई आपां हुण बैठे हाँ, किन्ने भी आपां अमीर होइए, जे अपने कोल हीरा होवे, हीरिया नालों भी ज़्यादा कीमती होंदे ने मूंगे, मूंगिया नालों ज़्यादा कीमती होंदे ने पन्ने, पन्निया नालों ज़्यादा कीमती होंदे ने रतन, रतना नालों ज़्यादा कीमती होंदे ने जवाहर, जवाहर नालों ज़्यादा कीमती होंदे ने माणक। हुण एक बंदे कोल रतन होवे जिहदी कीमत ही ना होवे, अरबां खरबां रुपया मन लईए, जे वो गवाच जाए, रस्ते डिग जे जांदे, तो बंदा की करूगा? बंदा फिर ये थोड़ी देखो कि लोग खड़े ने, भीड़ है, मैं इत्थे ना रोवां ना तड़फां, कपड़े पाड़ू, सिर दे बाल पट्टू, हाय तौबा मचा दूँ। एक मोबाइल डिग जे तो बंदे नूं तां 15 दिन रोटी नहीं लंघदी, 100 का नोट किते डिग जे तां बंदा तड़फदा है, जे हीरा जे रतन किते डिग पवे फिर की हाल हो भाई। इन बिन इसे तरह गुरमुखो साडे कोले वाहिगुरू परमेश्वर का नाम हुंदा है। जन्म लैंदियां सारे लिव छुड़की लगी तृष्णा, माया अमर वरताया। जिहड़ी लिव जुड़ी हुई सी ना रब दे नाल छुड़की टुट गई, छुट गई, वो रतन गवाच गया। तो वह बंदा, वो जीव, वो बालक जन्म लैंदिया ताहा मार मार के रोंदा है, कित्थे गया वो आनंद, वो सुकून, वो रतन, वो हीरा, वो कित्थे गया? वाहिगुरू की कृपा कित्थे गई?
बस तां बच्चा रोंदा। भाई साहब भाई गुरदास जी कहते रोवे रतन गवाए कह माया मोह हनेर गुब्बारा। माया मोह के हनेर गुब्बारे च पै गया है कि ये चक्कर की है, कित्थे आ गया एकदम। ओह रोवे दुख अपना हस हस गावे सब परवारा। भाई साहब भाई गुरदास जी कहते ਉਹ ਬੱਚਾ ਆਪਣੇ ਦੁੱਖ ਨੂੰ ਰੋਂਦਾ ਭਾਈ ਮੇਰੇ ਕੋਲ ਸਿਮਰਨ ਆ, ਮੇਰਾ ਹੀਰਾ ਕਿੱਥੇ ਚਲਿਆ ਗਿਆ। ਤੇ ਪਰਿਵਾਰ ਆਪਣੇ ਸੁੱਖ ਨੂੰ ਗਾਈ ਜਾਂਦਾ, ਪੁੱਤਰ ਹੋ ਗਿਆ, ਧੀ ਹੋ ਗਈ, ਬੱਚਾ ਹੋ ਗਿਆ। ਉਹਦੇ ਰੋਣ ਦੇ ਵਿੱਚ ਸੰਸਾਰ ਦੀ ਖੁਸ਼ੀ ਹੁੰਦੀ ਹੈ। ਤਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਨ ਹਾਰੇ। ਪ੍ਰਮਾਤਮਾ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਰੱਖਿਆ ਕੀਤੀ। ਦੇਖੋ ਫਰਕ ਕੋਈ ਵੀ ਨਹੀਂ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਿਹੋ ਜੀ ਅੱਗ ਮਾਂ ਦੇ ਗਰਭ ਵਿੱਚ ਹੁੰਦੀ ਕਿ ਖਾਧਾ ਹੋਏ ਸੁਆਹ ਰੋੜ ਚੱਬ ਜਾਂਦੀ। ਕਈ ਵਾਰ ਮਾਂ ਪਦਾਰਥ ਖਾਂਦੀ, ਉਹ ਖਾਧੇ ਹੋਏ ਸੁਆਹ ਰਾਖ ਬਣ ਜਾਂਦੇ ਨੇ, ਭਸਮ ਹੋ ਜਾਂਦੇ ਨੇ। ਫਿਰ ਇੱਕ ਬੱਚੇ ਦਾ ਸਰੀਰ ਕਿਵੇਂ ਬਣਿਆ ਰਹਿੰਦਾ ਹੈ। ਉਹ ਜੋ ਅੱਗ ਮਾਂ ਦੇ ਪੇਟ ਵਿੱਚ, ਸਾਡੇ ਪੇਟ ਵਿੱਚ, ਜਿਹਨੂੰ ਆਪਾਂ ਜਠਰਾਗਨ ਦੀ ਅੱਗ ਆਖਦੇ ਹਾਂ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਇੱਥੇ ਜਿਹੜੀ ਮਾਇਆ ਦੀ ਅੱਗ ਹੈ, ਪਦਾਰਥਾਂ ਦੀ ਅੱਗ ਹੈ, ਲੋਭ ਲਾਲਚ ਤਿਰਖਾ ਈਰਖਾ ਦੀ ਅੱਗ ਹੈ, ਹੰਕਾਰ ਦੀ ਹਉਮੈ ਦੀ ਅੱਗ ਹੈ। ਆਪਾਂ ਵੀ ਤਾਂ ਸੜ ਰਹੇ ਹਾਂ ਇੱਥੇ, ਪਰ ਦੁਖੀ ਹਾਂ, ਤੜਫ ਰਹੇ ਹਾਂ। ਕੋਈ ਮਾੜੀ ਜੀ ਗੱਲ ਕਹਿ ਜੇ ਤੇ 4 ਦਿਨ ਤੱਕ ਬੇਚੈਨੀ ਜੀ ਲੱਗੀ ਰਹਿੰਦੀ ਹੈ। ਉਹਨੇ ਮੈਨੂੰ ਗੱਲ ਕਿਉਂ ਆਖੀ? ਕਾਰਨ ਅੱਗ ਦੇ ਵਿੱਚ ਤੇ ਹੁਣ ਵੀ ਆ, ਸੰਸਾਰ ਇਹ ਅੱਗ ਹੀ ਹੈ। ਕਾਰਨ ਇਹ ਹੈ ਕਿ ਸਾਡੇ ਕੋਲ ਸਿਮਰਨ ਨਹੀਂ ਹੈ। ਤਾਂ ਤੇ ਗੁਰੂ ਦੇ ਸਿੱਖਾਂ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਕਿ ਗੁਰਸਿੱਖੋ ਜੋ ਗੁਰਬਾਣੀ ਵਿੱਚ ਲਿਖਿਆ ਸੱਚੋ ਸੱਚ ਹੈ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ। ਉਹ ਮਾਇਆ ਤੇ ਅੱਗ ਇੱਕੋ ਜਿਹੀ ਹਨ। ਇਹ ਗੁਰਸਿੱਖਾਂ ਨੇ ਫਿਰ ਸਿਮਰਨ ਦੇ ਨਾਲ ਜੁੜ ਕੇ ਆਪਣੇ ਉੱਤੇ ਆਰੇ ਚਲਵਾ ਕੇ ਬੰਦ ਕਟਵਾ ਕੇ ਅੱਗ ਦੇ ਵਿੱਚ ਜਲ ਕੇ ਤੇ ਦੇਗਿਆਂ ਵਿੱਚ ਉਬਾਲੇ ਖਾ ਕੇ ਖੋਪੜੀਆਂ ਲੋਹਾ ਕੇ ਦੱਸ ਦਿੱਤਾ ਕਿ ਸਿਮਰਨ ਦੇ ਵਿੱਚ ਇਹ ਪਾਵਰ ਹੈ। ਜੇ ਵਾਹਿਗੁਰੂ ਦਾ ਸਿਮਰਨ ਉੱਥੇ ਕੰਮ ਕਰਦਾ 9 ਮਹੀਨੇ ਤੇ ਇੱਥੇ ਵੀ ਕੰਮ ਕਰਦਾ 9 ਸਾਲ, ਚਾਹੇ 90 ਸਾਲ ਹੋਣ। ਤੇ ਪਾਤਸ਼ਾਹ ਕਿਰਪਾ ਕਰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਜੇ ਉੱਥੇ ਤੂੰ ਕਿਰਪਾ ਕੀਤੀ, ਰੱਖਿਆ ਕੀਤੀ ਹੈ ਤੇ ਹੁਣ ਵੀ ਮੈਨੂੰ ਕਿਰਪਾ ਸਿਮਰਨ ਦੇ ਕੇ ਮੇਰੀ ਰੱਖਿਆ ਕਰ। ਸੰਸਾਰ ਵਿੱਚ ਉਹੀ ਅੱਗ ਹੈ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰ ਹੋ ਤਾਰਨ ਹਾਰੇ। ਐਸੀ ਸਿੱਖਿਆ ਗੁਰੂ ਦੇ ਸਿੱਖੋ ਕਿਤੇ ਮਿਲਣੀ ਹੈ? ਕਿਸੇ ਦੁਕਾਨ 'ਤੇ, ਕਿਸੇ ਸਕੂਲ ਦੇ ਵਿੱਚ, ਜਾਂ ਵੇਦਾਂ ਸ਼ਾਸਤਰਾਂ ਸਮ੍ਰਿਤੀਆਂ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਾਵਕ ਅੱਗ ਨੂੰ ਕਹਿੰਦੇ ਨੇ, ਸਾਗਰ ਅਥਾਹ ਲਹਿਰ ਮਹਿ। ਇਹ ਜਿਹੜਾ ਸੰਸਾਰ ਹੈ ਨਾ, ਇਹ ਅੱਗ ਦਾ ਸਮੁੰਦਰ। ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਇਹ ਕੀ ਹੈ ਜਿੱਥੇ ਆਪਾਂ ਬੈਠੇ ਹਾਂ? ਸੰਸਾਰ ਕੀ ਹੈ? ਇਹ ਅੱਗ ਦਾ ਸਮੁੰਦਰ ਹੈ। ਇੱਕ ਸਮੁੰਦਰ ਤੇ ਬਾਹਰਲਾ ਜਿਹ 'ਚ ਪਾਣੀ ਹੁੰਦਾ, ਇਹ ਜਿੱਥੇ ਆਪਾਂ ਗੋਤੇ ਖਾ ਰਹੇ ਹਾਂ ਇਹ ਅੱਗ ਦਾ ਸਮੁੰਦਰ ਹੈ। ਜਿੱਥੇ ਜਿਹਨੂੰ ਤੁਸੀਂ ਮਿਲੋ ਨਿੰਦਿਆ ਅੱਗ ਨਿਕਲੂਗੀ ਅੰਦਰੋਂ, ਜਿਹਨੂੰ ਤੁਸੀਂ ਮਿਲੋ ਚੁਗਲੀ ਨਿਕਲੇਗੀ ਅੰਦਰੋਂ। ਗਾਲਾਂ ਦੇਣਗੇ, ਨਿੰਦਿਆ ਕਰਨਗੇ, ਈਰਖਾ ਦੁਐਸ਼ ਛਲ ਕਪਟ ਫਰੇਬ ਚੋਰੀ ਯਾਰੀ ਧੋਖਾ ਧੜੀ ਕਰਪਟ ਮਨੁੱਖ ਮਿਲਣਗੇ। ਇਹ ਕੀ ਨੇ? ਇਹ ਲਹਿਰਾਂ ਨੇ। ਇਹ ਹਰ ਮਨੁੱਖ ਇਹ ਸੰਸਾਰ ਦੀ ਲਹਿਰ ਹੈ। ਫਿਰ ਲਹਿਰ ਕਾਹਦੀ? ਪਾਣੀ ਦੀ ਥੋੜ੍ਹੀ, ਅੱਗ ਦੀ ਲਹਿਰਾਂ ਨੇ। ਜਿਹਨੂੰ ਮਰਜ਼ੀ ਮਿਲੋ। ਜੇ ਮੱਖੀ ਹੁੰਦੀ ਹੈ ਨਾ ਜਾਂ ਭੂੰਡ ਹੁੰਦਾ, ਉਹ ਬਸ ਜਿਹਨੂੰ ਮਿਲਦਾ ਤੇ ਦੁਖੀ ਦਿੰਦਾ, ਤੜਫਾਉਂਦਾ ਹੀ ਹੈ। ਇਹਨਾਂ ਦਾ ਸੁਭਾਅ ਹੀ ਹੈ। ਤੇ ਆਪਾਂ ਵੀ ਤਾਂ ਮੱਖੀ ਹਾਂ, ਹੋਰ ਕੀ ਆ? ਭੂੰਡ ਤੋਂ ਘੱਟ ਆ। ਗੁਰਬਾਣੀ 'ਚ ਕੀ ਲਿਖਿਆ ਹੈ? ਆਪਾਂ ਨੂੰ ਭੂੰਡ ਕਿਹਾ ਹੈ, ਮੱਖੀ ਕਿਹਾ, ਮਧੂ ਮੱਖੀ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ।
ਤੇ ਆਪਾਂ ਵੀ ਜਿਹਨੂੰ ਮਿਲਦੇ ਹਾਂ ਤਾਂ ਕੀ ਕਰਦੇ ਹਾਂ, ਦੁੱਖ ਹੀ ਦਿੰਦੇ ਹਾਂ। ਆ ਕਿੱਥੇ ਮੱਥੇ ਲੱਗਿਆ, ਹੁਣ ਅੱਜ ਦਾ ਦਿਨ ਹੀ ਪਤਾ ਨਹੀਂ ਕਿਵੇਂ ਨਿਕਲੂ। ਜਿਹਨੂੰ ਮਿਲਦੇ ਹਾਂ ਤੇ ਚੁਗਲੀ ਕਰਦੇ ਹਾਂ, ਉਹਦੀ ਗੱਲਾਂ, ਰਾਜਨੀਤਿਕ ਗੱਲਾਂ, ਫਜ਼ੂਲ ਦੀਆਂ ਗੱਲਾਂ, ਇਹ ਸਾਰੇ ਜਿਹੜੇ ਨੇ ਆਪਾਂ ਅੱਗ ਦੀਆਂ ਲਹਿਰਾਂ ਵਾਂ। ਸਤਿਗੁਰੂ ਜੀ ਮੈਂ ਪੈ ਗਿਆ ਇਹਨਾਂ ਅੱਗਾਂ ਦੀ ਲਹਿਰਾਂ। ਇਹ ਘਰ ਦੇ ਜੀਵ ਇਹ ਤੜਫਾਉਂਦੇ ਨੇ, ਇਹ ਕੰਮਕਾਰ ਵਾਸਤੇ ਧਨ ਦੌਲਤ ਇਕੱਠੀ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪੈ ਆਨ ਲੁੱਟ। ਇਹ ਕੀ ਨੇ? ਅੱਗ ਦੀਆਂ ਤੇ ਲਹਿਰਾਂ ਨੇ। ਬੱਚੇ ਕਹਿੰਦੇ ਸਾਡੀ ਫੀਸਾਂ ਦਿਓ, ਘਰਵਾਲੀ ਕਹਿੰਦੀ ਸਾਡੇ ਗਹਿਣੇ ਦਿਓ। ਹਰ ਪਾਸੋਂ ਯਾਨੀ ਇਹ ਤੜਫਣਾ ਹੀ ਮਿਲਦੀ ਹੈ, ਪਰੇਸ਼ਾਨੀ ਮਿਲਦੀ ਹੈ, ਸਕੂਨ ਨਹੀਂ ਹੈ। ਤਾਂ ਤੇ ਮੇਰੇ ਤੇ ਕਿਰਪਾ ਕਰੋ। ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ। ਸਤਿਗੁਰੂ ਜੀ ਤੁਸੀਂ ਜਹਾਜ਼ ਦੇ ਵਾਂਗ ਹੋ, ਉਹ ਮੈਨੂੰ ਸੰਸਾਰ ਤੋਂ ਤਾਰ ਲਵੋ। ਜਿਵੇਂ 9 ਮਹੀਨੇ ਮੈਨੂੰ ਬਚਾਈ ਰੱਖਿਆ ਨਾ, ਤਿਵੇਂ ਸਤਿਗੁਰੂ ਜੀ ਹੁਣ ਵੀ ਮੈਂ ਪੁੱਠਾ ਲਟਕਿਆ ਹੋਇਆ, ਬਿਰਤੀ ਮੇਰੀ ਪੁੱਠੀ ਹੋ ਗਈ ਆ, ਤੇਰੇ ਤੋਂ ਬੇਮੁਖ ਹੋ ਗਿਆ ਹਾਂ। ਜਿਵੇਂ ਅੱਗ ਦੇ 9 ਮਹੀਨੇ ਮੈਂ ਚੱਕਰ ਕੱਢ ਕੇ ਆਇਆ, ਤਿਵੇਂ ਹੁਣ ਅੱਗ ਦੇ ਸਮੁੰਦਰ 'ਚ ਪੈ ਗਿਆ। ਤੇ ਕਿਰਪਾ ਕਰਕੇ ਤਾਰੋ ਗੁਰਸਿੱਖੋ। ਜੇ ਇਉਂ ਬੇਨਤੀਆਂ ਕਰਾਂਗੇ ਨਾ, ਤਰੀਕਾ ਹੁੰਦਾ ਇੱਕ ਤਾਂ ਸਿੱਧਾ ਹੀ ਹੁੰਦਾ ਕਿ ਬਾਪੂ ਪੈਸੇ ਦੇ, ਬਾਪੂ ਨੇ ਦੇ ਹੀ ਦੇਣੇ। ਇੱਕ ਹੋਰ ਤਰੀਕਾ ਹੁੰਦਾ ਹੈ ਕਿ ਬਾਪੂ ਜੀ ਤੁਸੀਂ ਬਹੁਤ ਵਧੀਆ ਹੋ, ਫਲਾਣਾ ਮੁੰਡਾ ਉਹਨੂੰ ਪੈਸੇ ਨਹੀਂ ਦਿੰਦਾ ਬਾਪੂ, ਅਤੇ ਤੁਸੀਂ ਕਿੰਨੇ ਵਧੀਆ ਹੋ, ਫਲਾਣਾ ਤੁਹਾਡਾ ਨਾਮ ਹੁੰਦਾ, ਮੈਨੂੰ ਇੰਨੇ ਪੈਸੇ ਦੇ ਦਿਓ, ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆਵਾਂ। ਅਤੇ ਉਹਨੇ ਜਿੱਥੇ 100 ਦੇ 500 ਦੇਊਗਾ ਬਾਪੂ। ਅਤੇ ਗੁਰੂ ਦੇ ਸਿੱਖੋ ਬੇਨਤੀਆਂ ਤਾਂ ਆਪਾਂ ਵੀ ਕਰਦੇ ਹਾਂ ਕਿ ਸਤਿਗੁਰੂ ਜੀ ਬਚਾ ਲਓ, ਬਚਾ ਲਓ। ਪਰ ਸਿੱਧੇ ਬੇਨਤੀਆਂ ਕਰਨ ਦੇ ਨਾਲੋਂ ਜੇ ਆਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ੍ਹ ਕੇ ਹੱਥ ਜੋੜ ਕੇ ਪੜ੍ਹ ਦਈਏ, ਬੇਨਤੀਆਂ ਵਿੱਚ ਆਹ ਪੰਕਤੀਆਂ ਪਾ ਦਈਏ, ਘਿਓ ਤੇ ਖਾਣਾ ਹੀ ਆ ਪਰ ਹਜਮ ਨਹੀਂ, ਉਹਦੇ ਵਿੱਚ ਸ਼ੱਕਰ ਪਾ ਦਈਏ ਅਤੇ ਹੋਰ ਸਵਾਦ ਹੋ ਜਾਂਦਾ। ਜਾਂ ਪੰਕਤੀ ਪਾ ਦਈਏ ਕਿ ਮਾਤ ਗਰਮ ਮੈਂ ਆਪਨ ਸਿਮਰਨ ਦੇ ਤੈ ਤੁਮਰਾ ਕਾ ਪਾਵਕ ਸਾਗਰ ਥਾ ਲਹਿਰ ਮੇ ਤਾਰੋ ਤਾਰਨ। ਬੇਨਤੀ ਅਰਦਾਸ ਜਾਂ ਪੰਕਤੀਆਂ ਪਾ ਦਈਏ, ਕਿਉਂ ਨਹੀਂ ਸਤਿਗੁਰੂ ਜੀ ਪ੍ਰਸੰਨ ਹੋਣਗੇ। ਅਤੇ ਸੰਸਾਰ ਸਮੁੰਦਰ ਤੋਂ ਸਾਨੂੰ ਮਹਾਰਾਜ ਸਾਹਿਬ ਜੀ ਇਉਂ ਬਚਾ ਲੈਣਗੇ ਜਿਵੇਂ 9 ਮਹੀਨੇ ਸਾਨੂੰ ਬਚਾ ਕੇ ਰੱਖਿਆ ਹੈ। ਮਾਧੋ ਤੂੰ ਠਾਕੁਰ ਸਿਰ ਮੋਰਾ। ਇਹ ਅਕਾਲ ਪੁਰਖ ਵਾਹਿਗੁਰੂ ਮਾਇਆ ਦੇ ਪਤੀ ਤੂੰ ਮੇਰਾ ਠਾਕੁਰ ਹੈ ਅਤੇ ਸਿਰ ਮੋਰਾ। ਇਹ ਸਿਰ ਅਤੇ ਮੋਰਾ ਨਹੀਂ ਕਹਿਣਾ, ਇਹ ਇਕੱਠਾ ਹੀ ਪਾਠ ਹੈ। ਸਿਰ ਮੋਰਾ, ਸਿਰ ਮੋਰਾ ਦਾ ਅਰਥ ਹੁੰਦਾ ਸ਼੍ਰੋਮਣੀ। ਇਹ ਮਹਾਂਪੁਰਸ਼ ਸੰਪਰਦਾਇ ਪਾਠ ਹੈ। ਸਿਰ ਮੋਰਾ ਕਰਾਂਗੇ ਅਤੇ ਮੇਰੇ ਸਿਰ ਦਾ ਤੂੰ ਠਾਕੁਰ ਹੈ, ਇਹ ਵੀ ਠੀਕ ਹੈ, ਪਰ ਇਹਦੇ ਨਾਲੋਂ ਤੂੰ ਸ਼੍ਰੋਮਣੀ ਹੈ, ਇਹ ਜ਼ਿਆਦਾ ਠੀਕ ਲੱਗਦਾ ਹੈ। ਤਾਂ ਤੇ ਇਹ ਵਾਹਿਗੁਰੂ ਤੂੰ ਸ਼੍ਰੋਮਣੀ ਹੈ, ਸਾਰਿਆਂ ਤੋਂ ਉੱਚਾ ਮਾਲਕ ਹੈ। ਈਹਾ ਊਹਾ ਤਹਾਰੋ ਧੋਰਾ। ਤੇ ਊਹਾ ਮਾਂ ਦੇ ਗਰਭ ਵਿੱਚ ਮੈਨੂੰ ਤੇਰਾ ਧੋਰਾ ਆਸਰਾ ਸੀ, ਤੇ ਇੱਥੇ ਵੀ ਤੇਰਾ ਹੀ ਆਸਰਾ ਹੈ। ਈਹਾ ਇਸ ਲੋਕ ਦੇ ਵਿੱਚ ਵੀ ਤੁਹਾਡਾ ਆਸਰਾ, ਤੇ ਊਹਾ ਜਿੱਥੇ ਜਾਵਾਂਗੇ ਨੇ ਅਸੀਂ ਪਰਲੋਕ ਦੇ ਵਿੱਚ, ਜੇ ਮਾਰ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਊਹਾ ਸੰਗਤੋਸਾ। ਜਿੱਥੇ ਖਜ਼ਾਨਾ ਨਹੀਂ ਜਾਣਾ, ਜਿੱਥੇ ਧਨ ਦੌਲਤ ਪਦਾਰਥ ਨਹੀਂ ਜਾਣਗੇ, ਉੱਥੇ ਵਾਹਿਗੁਰੂ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਜਾਊਗਾ, ਪੜ੍ਹੀ ਹੋਈ ਗੁਰਬਾਣੀ ਜਾਊ, ਕੀਤੀ ਹੋਈ ਸੰਗਤ ਸਾਡੇ ਨਾਲ ਨਿਭੂਗੀ। ਤਾਂ ਤੇ ਗੁਰੂ ਦੇ ਸਿੱਖੋ ਪਰਲੋਕ ਦੇ ਵਿੱਚ ਸਭ ਤੋਂ ਵੱਡਾ ਆਸਰਾ ਇਹ ਆ ਜੋ ਆਪਾਂ ਹੁਣ ਇਕੱਠਾ ਕਰ ਰਹੇ ਹਾਂ। ਪਰਲੋਕ ਵਿੱਚ ਨਾਲ ਜਾਣ ਵਾਲਾ ਸਭ ਤੋਂ ਵੱਡਾ ਧਨ ਇਹ ਆ ਜੋ ਆਪਾਂ ਹੁਣ ਇਕੱਤਰ ਕਰ ਰਹੇ ਹਾਂ, ਇਹ ਮਿਹਨਤ ਕਰ ਰਹੇ ਹਾਂ, ਇਹ ਬੈਂਕ ਦੇ ਵਿੱਚ ਮਾਇਆ ਸਾਡੀ ਜਮ੍ਹਾਂ ਹੋ ਰਹੀ ਹੈ, ਇਹ ਘੜੀਆਂ ਸਫਲੀਆਂ ਹੋ ਰਹੀਆਂ ਨੇ। ਤਾਂ ਤੇ ਵਾਹਿਗੁਰੂ ਪਰਲੋਕ ਦੇ ਵਿੱਚ ਵੀ ਤੁਹਾਡਾ ਹੀ ਆਸਰਾ ਹੈ। ਕੀਤੇ ਕਉ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ। 2 ਪੰਕਤੀਆਂ ਵਿੱਚ ਤੇ ਪਰਮੇਸ਼ਰ ਦੀ ਸਮਰੱਥਾ ਜਤਾਈ ਹੈ, ਬੇਨਤੀਆਂ ਕੀਤੀਆਂ ਨੇ। ਹੁਣ ਕੁਛ ਆਪਣੇ ਬਾਰੇ ਵੀ ਤਾਂ ਦੱਸਣਾ ਹੁੰਦਾ ਕਿ ਮੈਂ ਕਿਹ ਜਾਵਾਂ, ਮੈਂ ਕਿੱਡਾ ਕੋ ਅਕ੍ਰਿਤ ਘਾਣਾ, ਕਿੱਡਾ ਕੋ ਪਾਪੀ ਹਾਂ, ਇਹ ਵੀ ਤੇ ਬੇਨਤੀ ਵਿੱਚ ਪਾਉਣਾ ਹੈ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ। 7 ਸਮੁੰਦਰਾਂ 'ਚ ਪਾਣੀ ਘੱਟ ਹੋਣਾ ਹੈ ਜਿਹਨੇ ਅਸੀਂ ਪਾਪ ਕੀਤੇ ਨੇ ਜ਼ਿੰਦਗੀ ਵਿੱਚ, ਜਿੰਨੇ ਔਗੁਣ ਸਾਡੇ ਜੀਵਨ ਵਿੱਚ ਹਨ। ਸਤਿਗੁਰੂ ਜੀ ਕਹਿੰਦੇ ਕੀਤੇ ਕੋ ਮੇਰੇ ਸਮਾਨੇ। ਮੇਰੇ ਦਾ ਅਰਥ ਹੈ ਸੁਮੇਰ ਪਰਬਤ। ਸ਼ਾਸਤਰਾਂ ਵਿੱਚ ਲਿਖਿਆ ਕਿ 1 ਲੱਖ ਯੋਜਨ ਪਾੜਾ ਹੈ ਅਤੇ ਸਾਰਾ ਹੀ ਸੁਮੇਰ ਪਰਬਤ ਸੋਨੇ ਦਾ ਹੈ। 40 ਲੱਖ ਯੋਜਨ ਜਿਹੜਾ ਹੈਗਾ ਇਹ ਧਰਤੀ 'ਚ, ਅਤੇ 60 ਲੱਖ ਯੋਜਨ 60,000 ਜਿਹੜਾ ਹੈਗਾ ਉਹ ਉੱਪਰ। 1 ਲੱਖ ਯੋਜਨ ਪਾੜਾ ਇਹਦਾ।
ਤੇ ਇਹ ਵਾਹਿਗੁਰੂ ਪਰਮੇਸ਼ਰ ਜੀ ਮੈਂ ਕਿਹੋ ਜਿਹਾ ਅਕ੍ਰਿਤ ਘਣ ਹਾਂ। ਮੇਰੇ ਵੀ ਸੁਣ ਲਓ ਕੰਮ। ਕੀਤੇ ਕੋ ਮੇਰੇ ਸਮਾਨ। ਇਹ ਸਰੀਰ ਕਿਹਨੇ ਕੀਤਾ ਭਾਈ? ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਨਾ 9 ਮਹੀਨੇ 'ਚ। ਇਹ ਆਪਾਂ ਕਹਿ ਦਿਆਂ ਕਿ ਨਹੀਂ ਮਾਤਾ ਪਿਤਾ ਨੇ ਵੀ ਨਾ, ਬਿਲਕੁਲ ਗਲਤ। ਜੇ ਮਾਤਾ ਪਿਤਾ ਨੇ ਬਣਾਇਆ ਹੁੰਦਾ ਇਹ ਸਰੀਰ, ਤੇ ਕਈ ਐਸੀ ਸੁਭਾਗ ਜੋੜੀਆਂ ਨੇ ਜ਼ਿੰਦਗੀ ਨਿਕਲ ਜਾਂਦੀਆਂ ਨੇ, ਔਲਾਦ ਨਹੀਂ ਹੁੰਦੀਆਂ, ਦਵਾਈਆਂ ਖਾ ਖਾ ਕੇ ਹੰਭ ਗਏ ਨੇ। ਫਿਰ ਉਹ ਕਿਉਂ ਨਹੀਂ ਬਣਾ ਲੈਂਦੇ? ਤਾਂ ਤੇ ਗੁਰੂ ਦੇ ਸਿੱਖੋ, ਇਹ ਜਿਹੜਾ ਸਰੀਰ ਲਈ ਬੈਠੇ ਆ, ਇਹ ਮਾਤਾ ਪਿਤਾ ਨੇ ਨਹੀਂ ਬਣਾਇਆ, ਪਰਮੇਸ਼ਰ ਨੇ ਬਣਾਇਆ ਹੈ। ਤੇ ਵਾਹਿਗੁਰੂ ਤੂੰ ਇਹ ਸਰੀਰ ਨੂੰ ਬਣਾਤਾ। ਇਹ ਸਰੀਰ ਵੀ ਇੱਕ ਸੁਮੇਰ ਪਰਬਤ ਹੈ, ਸੋਨੇ ਵਰਗਾ। ਇਹ ਜਿਹਾ ਸਰੀਰ ਕਿਤੇ ਵੀ ਨਹੀਂ ਹੈਗਾ 84 ਲੱਖ ਜੂਨਾਂ ਵਿੱਚੋਂ। ਪਰ ਮੈਂ ਐਡਾ ਇਕਰਤ ਘਾਣਾ ਕਿ ਮੈਂ ਸਰੀਰ ਨਾਲ ਹੀ ਜੁੜ ਗਿਆ। ਇਹ ਪਰਬਤ, ਇਹ ਸੋਨੇ ਦੇ ਪਹਾੜ ਨੂੰ ਸਵੇਰੇ ਉੱਠ ਕੇ ਨਹਾਉਂਦਾ, ਸਾਬਣਾ ਰਗੜਦਾ, ਸੈਂਟਾ ਰਗੜਦਾ, ਕਰੀਮਾਂ ਰਗੜਦਾ, ਹਾਰ ਸ਼ਿੰਗਾਰ ਕਰਦਾ, ਨਾਈਆਂ ਕੋਲੇ ਬਿਊਟੀ ਪਾਰਲਰ 'ਚ ਬਹਿ ਕੇ ਮੈਂ ਤੇ 24 ਘੰਟੇ ਇਹਦਾ ਹੀ ਖਿਆਲ ਰੱਖੇਦਾ। ਤਾਂ ਤੇ ਕੀਤੇ ਕੋ ਮੇਰੇ ਸਮਾਨੇ, ਕੀਤੇ ਹੋਏ ਸਰੀਰ ਨੂੰ, ਜਿਹੜਾ ਤੂੰ ਮੈਨੂੰ ਮਕਾਨ ਦਿੱਤਾ, ਜਿਹੜੇ ਤੂੰ ਮੈਨੂੰ ਧੀ ਪੁੱਤਰ ਦਿੱਤੇ ਨੇ, ਜ਼ਮੀਨ ਦਿੱਤੀ ਹੈ, ਧਨ ਦੌਲਤ, ਪ੍ਰਤਿਸ਼ਠਾ, ਅਹੁਦਾ, ਰੁਤਬਾ, ਕੁਰਸੀ, ਪਦਵੀ, ਮੈਂ ਤੇ ਇਹਨਾਂ ਦਾ ਸਨਮਾਨ ਕਰਦਾ। ਇਹਨਾਂ ਨੂੰ ਮੈਂ ਸੁਮੇਰ ਪਰਬਤ ਸਮਝ ਕੇ ਬੈਠਾ ਹਾਂ। ਤੇ ਕਰਨਹਾਰ ਤ੍ਰਿਣ ਜਾਣੇ, ਜਿਹੜਾ ਕਰਨਹਾਰ ਵਾਹਿਗੁਰੂ ਜਿਹਨੇ ਸਰੀਰ ਕੀਤਾ, ਜਿਹਨੇ ਮੈਨੂੰ ਪੁੱਤਰ ਦਿੱਤੇ, ਜਿਹਨੇ ਮੈਨੂੰ ਕੁਰਸੀ ਦਿੱਤੀ, ਜਿਹਨੇ ਮੈਨੂੰ ਜ਼ਮੀਨ ਕੋਠੀਆਂ, ਤੰਦਰੁਸਤੀ, ਮਾਣ, ਇੱਜ਼ਤ ਦਿੱਤੀ, ਮੈਂ ਉਹਨੂੰ ਕੱਖਾਂ ਤੋਂ ਵੀ ਹੌਲਾ ਸਮਝੀ ਬੈਠਾ ਹਾਂ। ਤ੍ਰਿਣ ਜਾਣੇ, ਤ੍ਰਿਣ ਕੀ ਕਹਿੰਦੇ? ਕੱਖਾਂ ਨੂੰ। ਰੱਬ ਨੂੰ ਕੀ ਸਮਝਦੇ ਹਾਂ ਆਪਾਂ? ਕੱਖ ਵੀ ਨਹੀਂ ਸਮਝਦੇ। ਕਿਹਨੂੰ ਸਮਝਦੇ ਹਾਂ? ਬੈਂਕ ਬੈਲੈਂਸ, ਜਿਹੜਾ ਪੈਸਾ ਪਿਆ, ਜ਼ਮੀਨ ਪਈ ਹੈ, ਕੋਠੀਆਂ, ਪੁੱਤਰ, ਭਰਾ, ਸਾਕ ਸੰਬੰਧੀ, ਇਹ ਸਰੀਰ। ਜਿੰਨੀ ਅਹਿਮੀਅਤ ਅਸੀਂ ਇਹਨਾਂ ਚੀਜ਼ਾਂ ਨੂੰ ਦਿੰਦੇ ਹਾਂ, ਕਦੇ ਰੱਬ ਨੂੰ ਦਿੱਤੀ ਹੈ? ਕਦੇ ਕਿਹਾ ਕਿ ਵਾਹਿਗੁਰੂ ਤੂੰ ਸਭ ਕੁਝ ਦਿੱਤਾ ਹੈ, ਤੂੰ ਵੱਡਾ ਹੈ? ਕਦੇ ਨਹੀਂ ਆਖਦੇ। ਤਾਂ ਤੇ ਮੈਂ ਐਡਾ ਅਕ੍ਰਿਤ ਘਣ ਹਾਂ, ਤੇਰੇ ਦਿੱਤੇ ਹੋਏ ਦਾਤ ਪਿਆਰੀ ਵਿਸਰਿਆ ਦਾਤਾਰਾ। ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਮੈਨੂੰ ਪਿਆਰੀਆਂ ਹੋ ਗਈਆਂ ਹਨ, ਤੇ ਤੂੰ ਮੈਨੂੰ ਭੁੱਲ ਗਿਆ। ਮੈਂ ਕ੍ਰਿਤ ਘਣ ਬਣ ਗਿਆ, ਤੈਨੂੰ ਕੱਖਾਂ ਤੋਂ ਵੀ ਹੌਲਾ ਮੈਂ ਸਮਝਦਾ ਹਾਂ। ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇਹ ਪ੍ਰਭ ਭਾਨੈ। ਵਾਹਿਗੁਰੂ ਤੂੰ ਐਡਾ ਸਮਰੱਥ ਹੈ, ਸਾਰੀ ਸ੍ਰਿਸ਼ਟੀ ਤੇਰੇ ਕੋਲੋਂ ਮੰਗਦੀ ਹੈ। ਹਰ ਵੇਲੇ ਕੁਝ ਨਾ ਕੁਝ, ਕੋਈ ਨਾ ਕੋਈ ਜੀਵ ਮੰਗ ਰਿਹਾ ਹੈ। ਤੂੰ ਸਾਰਿਆਂ ਨੂੰ ਦਾਨ ਦੇ ਹੀ ਜਾਂਦਾ, ਦੇ ਹੀ ਜਾਂਦਾ, ਥੱਕਦਾ ਨਹੀਂ। ਦਿੰਦਾ ਦੇ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਂਦੇ ਨੇ, ਤੂੰ ਕਦੇ ਨਹੀਂ ਥੱਕਦਾ। ਕਿੱਥੇ ਕੋ ਹੈ ਤੇਰਾ ਖਜ਼ਾਨਾ? ਭੰਡਾਰ ਕਿੱਥੇ ਦੱਬਿਆ ਹੋਇਆ ਤੇਰਾ, ਜਿਹੜਾ ਕੱਢ ਕੱਢ ਕੇ ਤੂੰ ਦੁਨੀਆ ਨੂੰ ਦੇਈ ਜਾਂਦਾ ਹੈ। ਸਾਹਿਬ ਸ੍ਰੀ ਸਭ ਕੋ ਸਰ ਨਾਇਕ, ਜਾਚਕ ਅਨੇਕ ਸੋ ਏਕ ਦਿਵਈਆ। ਕਲਗੀਧਰ ਪਾਤਸ਼ਾਹ ਕਹਿੰਦਾ ਅਨੇਕ ਮੰਗਤੇ ਨੇ ਪਰ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਆ, ਪਰ ਦਿੰਦਾ ਕਿਹਨੂੰ? ਪ੍ਰਭ ਭਾਨੇ, ਜਿਹੜੇ ਵਾਹਿਗੁਰੂ ਨੂੰ ਭਾ ਜਾਂਦੇ ਨੇ। ਉਹ ਦੇ ਤੇ ਆਪਾਂ ਨੂੰ ਵੀ ਰਿਹਾ ਵਾ, ਰੋਟੀ ਦੇ ਰਿਹਾ, ਤੰਦਰੁਸਤੀ ਦੇ ਰਿਹਾ ਵਾ, ਉਹ ਦੇ ਰਿਹਾ ਆਪਾਂ ਨੂੰ, ਸਵਾਸ ਦਿੰਦਾ ਵਾ, ਅੱਖਾਂ 'ਚ ਜੋਤ ਹਰ ਵੇਲੇ ਦੇ ਹੀ ਜਾਂਦਾ, ਕੰਨਾਂ ਦੇ ਹੀ ਰਿਹਾ ਨਾ, ਸੁਣਨ ਸ਼ਕਤੀ, ਬੋਲਣ ਸ਼ਕਤੀ। ਪਰ ਜੋ ਆਪਾਂ ਮੰਗਦੇ ਹਾਂ ਇਸ ਤੋਂ ਅਦਰ, ਉਹ ਨਹੀਂ ਸਾਨੂੰ ਮਿਲਦਾ। ਆਪਾਂ ਮੰਗਦੇ ਹਾਂ ਕਿ ਹੋਰ ਬਸ ਕੈਨੇਡਾ ਦਾ ਵੀਜ਼ਾ ਲੱਗ ਜੇ, ਫਸਟ ਡਿਵੀਜ਼ਨ ਪਾਸ, ਇਹ ਬਹੁਤ ਕੁਛ ਮੰਗਦੇ ਹਾਂ। ਜੋ ਮਿਲਿਆ ਹੋਇਆ ਉਹ 'ਤੇ ਸਾਡੀ ਨਿਗਾਹ ਕਦੇ ਜਾਂਦੀ ਨਹੀਂ। ਜੋ ਦੇ ਰਿਹਾ ਹੈ ਸਾਨੂੰ ਲਗਾਤਾਰ ਸਵਾਸ ਦੇ ਰਿਹਾ ਹੈ, ਉਹ 'ਤੇ ਨਿਗਾਹ ਨਹੀਂ ਜਾਂਦੀ। ਜੋ ਬੇਕਾਰ ਦੀ ਚੀਜ਼ਾਂ ਨਹੀਂ ਹਨ ਉਹਨਾਂ 'ਤੇ ਸਾਡੀ ਸੂਈ ਖੜੀ ਰਹਿੰਦੀ ਹੈ। ਸਤਿਗੁਰੂ ਜੀ ਉਹ ਵੀ ਦਿੰਦੇ ਨੇ, ਇੱਜ਼ਤ, ਦੌਲਤ, ਕੁਰਸੀ, ਵੀਜ਼ੇ, ਫਸਟ ਡਿਵੀਜ਼ਨਾਂ ਵੀ ਦਿੰਦੇ ਨੇ, ਪਰ ਕਿਹਨੂੰ? ਪ੍ਰਭ ਭਾਨੇ, ਜੋ ਵਾਹਿਗੁਰੂ ਨੂੰ ਭਾ ਜਾਂਦੇ ਨੇ, ਜੋ ਗੁਰਬਾਣੀ ਪੜ੍ਹਦੇ ਨੇ, ਜੋ ਇਸ ਤਰ੍ਹਾਂ ਬੇਨਤੀਆਂ ਕਰਦੇ ਨੇ, ਜੋ ਸੰਗਤ ਵਿੱਚ ਬੈਠਦੇ ਨੇ, ਜਿਹੜੇ ਉਹਦੇ ਬਣ ਜਾਂਦੇ ਨੇ ਨਾ, ਫਿਰ ਸਤਿਗੁਰੂ ਜੀ ਉਹਨਾਂ ਨੂੰ ਹੋਰ ਵੀ ਬਹੁਤ ਕੁਛ ਦਿੰਦੇ ਹਨ, ਬਿਨਾਂ ਮੰਗਿਆਂ ਤੋਂ ਬਹੁਤ ਕੁਛ ਦੇ ਦਿੰਦੇ ਹਨ। ਖਿਨ ਮਹਿ ਆਵਰ, ਖਿਨੈ ਮਹਿ ਆਵਰਾ, ਅਚਰਜ ਚਲਤ ਤੁਮਾਰ। ਵਾਹਿਗੁਰੂ ਤੁਹਾਡੇ ਜਿਹੜੇ ਚਲਤ ਕੌਤਕ ਨੇ ਬੜੇ ਹੈਰਾਨ ਅਚਰਜ ਕਰ ਦੇਣੇ ਵਾਲੇ ਨੇ, ਕਿਉਂਕਿ ਇੱਕ ਖਿਨ ਵਿੱਚ ਤੂੰ ਹੋਰ ਰੂਪ ਵਿੱਚ ਆ, ਦੂਜੇ ਖਿਨ ਵਿੱਚ ਤੂੰ ਹੋਰ ਰੂਪ ਦੇ। ਖਿਨ ਮੈਂ ਰਾਉ ਰੰਕ ਕੋ ਕਰੇ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਸਖਨਾਵੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਕੂ ਵਿਵਹਾਰੇ। ਇੱਕ ਸੈਕਿੰਡ ਨਹੀਂ ਲੱਗਦਾ ਰਾਜੇ ਨੂੰ ਭਿਖਾਰੀ ਬਣਦਿਆਂ, ਭਿਖਾਰੀ ਨੂੰ ਰਾਜਾ ਬਣਦਿਆਂ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨ ਜਾਣੇ ਹੋਰ।
ਵਾਹਿਗੁਰੂ ਦਾ ਮੰਤਰ ਕੋਈ ਜਾਣ ਲਊਗਾ? ਅੱਖ ਦੀ ਪਲਕ ਝਪਕਦਿਆਂ ਪਰਲੋ ਆ ਜਾਂਦੀ, ਦੂਸਰੀ ਸ੍ਰਿਸ਼ਟੀ ਨਵੀਂ ਬਣ ਕੇ ਖੜੀ ਹੋ ਜਾਂਦੀ ਹੈ। ਇੱਥੇ ਮਕਾਨ ਬਣਾਉਣ ਨੂੰ 6 ਮਹੀਨੇ ਲੱਗ ਜਾਂਦੇ ਨੇ। ਅੱਖ ਦੀ ਪਲਕ ਤਾਂ ਬਹੁਤ ਦੂਰ, ਇੰਨੇ ਘੱਟ ਸਮੇਂ 'ਚ ਵੀ ਵਾਹਿਗੁਰੂ ਬਹੁਤ ਕੁਝ ਬਣ ਜਾਂਦਾ ਹੈ। ਖਿਨਮੈ ਅਵਰ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਨਾਨਕ ਮੱਤੇ ਗਏ, ਸਿੱਧਾਂ ਦੇ ਨਾਲ ਗੱਲਬਾਤ ਹੋਈ। ਸਿੱਧ ਕਹਿਣ ਲੱਗੇ ਜੀ ਆਪਾਂ ਲੁੱਕੜ ਮਿੱਚੀ ਖੇਡਣਾ ਹੈ। ਮਹਾਰਾਜ ਸਾਹਿਬ ਕਹਿੰਦੇ ਆ ਜਾਓ ਫਿਰ ਖੇਡ ਲੈਂਦੇ ਹਾਂ। ਪਹਿਲੇ ਜੀ ਅਸੀਂ ਲੁਕਾਂਗੇ, ਤੁਸੀਂ ਸਾਨੂੰ ਫੜਿਓ। ਸਤਿਗੁਰੂ ਜੀ ਕਹਿੰਦੇ ਠੀਕ ਹੈ। 84 ਸਿੱਧ, ਕੋਈ ਪੱਤਾ ਬਣ ਕੇ ਦਰਖਤ ਨਾਲ ਚਿੰਬੜ ਗਿਆ, ਕੋਈ ਪਾਣੀ ਬਣ ਕੇ ਪਾਣੀ 'ਚ ਮਿਲ ਗਿਆ, ਕੋਈ ਰੇਤ ਦਾ ਕਿਣਕਾ ਬਣ ਕੇ ਰੇਤ ਨਾਲ ਮਿਲ ਗਿਆ, ਕੋਈ ਧੁੱਪ ਬਣ ਕੇ ਹਵਾ 'ਚ ਹੀ ਖਿੰਡ ਗਿਆ। ਐਡੀ ਸ਼ਕਤੀਆਂ ਸਿੱਧਾਂ ਵਿੱਚ। ਨਾਲੇ ਖੁਸ਼ ਹੋਣ ਕੇ ਸਾਨੂੰ ਤਾਂ ਲੱਭਾ ਗੁਰੂ ਸਾਹਿਬ ਲੱਭ ਨਹੀਂ ਸਕਣਗੇ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਅਨਕ ਰੂਪ ਖਿਨ ਮਾਹੇ ਧਾਰਤ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਇੱਕ ਖਿਨ ਵਿੱਚ ਅਨੇਕਾਂ ਰੂਪ ਧਾਰ ਕੇ ਜਿੱਥੇ ਜਿੱਥੇ ਸਿੱਧ ਸੀਗੇ ਸਾਰਿਆਂ ਨੂੰ ਕੰਨਾਂ ਤੋਂ ਫੜ ਫੜ ਕੇ ਮਹਾਰਾਜ ਨੇ ਇੱਕ ਜਗ੍ਹਾ 'ਤੇ ਇਕੱਠੇ ਕਰਤੇ। ਹਵਾ 'ਚ ਉੱਡ ਗਏ ਸੀਗੇ, ਕੋਈ ਤਾਰਾ ਹੀ ਬਣ ਗਿਆ ਸੀਗਾ ਜਾ ਕੇ। ਇੰਨੀ ਸ਼ਕਤੀ ਹੈ ਸਤਿਗੁਰਾਂ ਵਿੱਚ। ਕਹਿੰਦੇ ਜੀ ਹੁਣ ਤੁਸੀਂ ਲੁਕੋ, ਅਸੀਂ ਲੱਭਾਂਗੇ ਤੁਹਾਨੂੰ। ਮਹਾਰਾਜ ਸਾਹਿਬ ਕਹਿੰਦੇ ਨੇ ਚਲੋ ਠੀਕ ਆ। ਫਿਰ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਿਆ ਭਾਈ ਇਹਨਾਂ ਵਿੱਚ ਇੰਨੀ ਸ਼ਕਤੀ ਨਹੀਂ ਕਿ ਇਹ ਮੈਨੂੰ ਲੱਭ ਲੈਣ। ਚੱਲ ਜਦ ਇਹ ਹਾਰ ਮੰਨ ਜਾਣ ਨਾ, ਮੱਥਾ ਟੇਕ ਦੇਣ ਨਾ ਇਹ, ਫਿਰ ਤੂੰ ਇੱਕ ਟਕਾ ਧਰਤੀ 'ਤੇ ਰੱਖ ਕੇ ਅਰਦਾਸ ਕਰੀ, ਫਿਰ ਅਸੀਂ ਪ੍ਰਗਟ ਹੋਵਾਂਗੇ। ਹੁਣ ਗੁਰੂ ਨਾਨਕ ਸਾਹਿਬ ਜੀ ਜਦੋਂ ਲੁਕੇ, ਸਾਰੇ ਸਰੀਰ ਨੂੰ ਖਿੰਡਾਤਾ। ਇਹ ਤਾਂ ਫਿਰ ਵੀ ਤੱਤ ਬਣ ਗਏ ਸੀਗੇ ਨਾ। ਹਵਾ ਤੱਤ ਹੈ, ਆਕਾਸ਼ ਤੱਤ ਹੈ। ਸਤਿਗੁਰੂ ਜੀ ਤੇ ਤੱਤਾਂ ਤੋਂ ਵੀ ਮਹੀ ਤੱਤ ਹੋ ਗਏ। ਮਹੀ ਤੱਤ ਉਹਨੂੰ ਕਹਿੰਦੇ ਜਿੱਥੋਂ ਇਹ ਤੱਤ ਬਣ ਕੇ ਆਉਂਦੇ ਨੇ। ਜਿਸ ਫੈਕਟਰੀ ਵਿੱਚੋਂ ਆਕਾਸ਼, ਹਵਾ, ਪਾਣੀ, ਅੱਗ, ਧਰਤੀ ਇਹ ਬਣ ਕੇ ਨਿਕਲਦੇ ਨੇ। ਸਤਿਗੁਰੂ ਜੀ ਉੱਥੇ ਚਲੇ ਗਏ, ਬ੍ਰਹਮ ਦੇ ਵਿੱਚ ਲੀਨ ਹੋ ਗਏ, ਤੱਤਾਂ ਵਿੱਚ ਤੱਤ ਖਿੰਡਾ ਲਏ। ਸਾਰੇ ਸਿੱਧ ਹਾਰ ਹੰਬ ਗਏ। ਅਖੀਰ ਭਾਈ ਬਾਲੇ ਨੇ ਅਰਦਾਸ ਕੀਤੀ ਤਾਂ ਮਹਾਰਾਜ ਸਾਹਿਬ ਪ੍ਰਗਟ ਹੋ। ਇਹਨੂੰ ਕਹਿੰਦੇ ਖਿਨ ਮੈਂ ਅਵਰ, ਖਿੰਨੇ ਮੈਂ ਅਵਰਾ। ਦੇਖੋ ਇੱਕ ਸੈਕਿੰਡ 'ਚ ਸਤਿਗੁਰੂ ਜੀ ਕੀ ਰੂਪ 'ਚ ਸੀਗੇ, ਇੱਕ ਅੱਖਾਂ 'ਚ ਕੀ ਰੂਪ 'ਚ ਹੋ ਗਏ। ਇਹਨੂੰ ਕਹਿੰਦੇ ਅਚਰਜ ਚਲਤ ਤੁਮਾਰੇ। ਸਤਿਗੁਰੂ ਜੀ ਤੁਹਾਡੇ ਕੌਤਕ, ਤੁਹਾਡੇ ਜਿਹੜੇ ਚਲਤ ਕਾਰਨਾਮੇ ਨੇ ਬੜੇ ਹੈਰਾਨ ਕਰ ਦੇਣੇ ਵਾਲੇ ਹਨ। ਰੂੜੋ ਗੂੜੋ ਗਹਿਰ ਗੰਭੀਰੋ ਉੱਚਾ ਅਗਮ ਅਪਾਰ। ਸਤਿਗੁਰੂ ਜੀ ਤੁਸੀਂ ਰੂੜੋ ਸੁੰਦਰ ਸਰੂਪ ਵਾਲੇ ਹੋ, ਡੂੰਘੇ ਆਸ਼ੇ ਵਾਲੇ ਹੋ, ਗਹਿਰ ਤੇ ਗੰਭੀਰੋ ਉੱਚੇ ਤੋਂ ਉੱਚੇ ਹੋ। ਨਿਰਮਲ ਨਿਰਮਲ ਸੂਚਾ, ਅੰਤ ਨਾ ਨਿਰਮਲ ਨਿਰਮਲ ਸੂਚੋ ਸੂਚਾ, ਅੰਤ ਨਾ ਅੰਤਾ ਸਦਾ ਬੇਅੰਤਾ। ਕਹੋ ਨਾਨਕ ਉੱਚੋ ਉੱਚਾ, ਸਾਰਿਆਂ ਤੋਂ ਉੱਚੇ ਹੋ, ਮਨ ਦੀ ਗਮਤਾ ਤੋਂ ਪਰੇ ਹੋ, ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਤੁਸੀਂ ਪਰਾ। ਇਹੋ ਜਿਹਾ ਤੇਰਾ ਸਰੂਪ ਸਤਿਗੁਰੂ ਜੀ ਬ੍ਰਹਮ ਰੂਪ ਹੋ। ਸਾਧ ਸੰਗ ਜੋ ਤੁਮ ਹੈ ਮਿਲਾਇਓ, ਤਉ ਸੁਨੀ ਤੁਮਾਰੀ ਬਾਣੀ। ਗੁਰਸਿੱਖੋ ਆਹ ਜਿਹੜੀ ਸਿੱਖਿਆ ਹੁਣ ਇੱਥੇ ਮਿਲ ਰਹੀ ਹੈ ਸੁਣਨ ਵਾਸਤੇ, ਕਿ ਦੁਕਾਨ 'ਤੇ ਮਿਲੇਗੀ, ਆੜਤੀਆਂ ਕੋਲੋਂ ਮਿਲੇਗੀ, ਡੀਲਰਾਂ ਕੋਲੋਂ ਮਿਲੇਗੀ, ਜਾਂ ਜਿਹੜੇ ਸੱਤਾ 'ਤੇ ਬੈਠੇ ਨੇ ਉੱਪਰ ਉਹਨਾਂ ਕੋਲੋਂ ਮਿਲੇਗੀ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਹੀ ਕਰਿਆ ਕਰੋ ਬਸ। ਸਤਿਗੁਰੂ ਜੇ ਤੁਸੀਂ ਕਿਰਪਾ ਕੀਤੀ, ਸਾਧ ਸੰਗਤ ਨਾਲ ਮੈਨੂੰ ਮਿਲਾਇਆ, ਅਤੇ ਸਾਧ ਸੰਗਤ ਵਿੱਚ ਬੈਠ ਕੇ ਐਸੀ ਸਿੱਖਿਆ, ਐਸੀ ਗੁਰਬਾਣੀ, ਇਹੋ ਜਿਹਾ ਕੀਰਤਨ, ਇਹੋ ਜਿਹੀ ਕਥਾ ਮੈਨੂੰ ਸੁਣਨ ਵਾਸਤੇ ਮਿਲੀ ਹੈ। ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਹੇ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਪ੍ਰਤਾਪ ਵੇਖ ਕੇ ਨਿਰਬਾਣੀ, ਕਹਿੰਦੇ ਨਿਰਬੰਧ ਪੀੜਾ ਤੋਂ ਰਹਿਤ ਅਵਸਥਾ, ਤੁਹਾਡਾ ਸਰੂਪ ਵੇਖ ਕੇ ਮੈਂ ਆਨੰਦ ਦੇ ਸਹਿਤ ਹੋ ਗਿਆ। ਅਤੇ ਸਭ ਤੋਂ ਵੱਡੀ ਅਵਸਥਾ ਆਨੰਦ ਵਾਲੀ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਆਹ ਢੋਲ ਟਮੱਕਿਆਂ ਵਾਲੀ ਬਾਹਰਲੀ ਵਧਾਈਆਂ ਤੇ 2-4 ਘੰਟੇ ਦੀਆਂ ਆਉਂਦੀਆਂ ਨੇ, ਅਗਲੇ ਦਿਨ ਰੋਣੇ ਧੋਣੇ ਸ਼ੁਰੂ। ਇੰਨਾ ਖਰਚ ਕੀਤਾ ਮੁੰਡੇ ਦੇ ਵਿਆਹ ਤੇ, ਇੰਨੇ ਢੋਲ ਟਮੱਕੇ, ਅਕ ਲੈਣੀ ਬਹੂ ਹੈ ਜੀ, ਸਾਰਿਆਂ ਨੂੰ ਨਚਾਇਆ ਟਪਾਇਆ ਪਿਆ ਸਾਨੂੰ, ਫਿਰ ਰੋਣਾ ਹੋ ਗਿਆ ਨਾ। ਅਤੇ ਆਹ ਆਨੰਦ ਜਿਹੜਾ ਗੁਰਸਿੱਖੋਂ ਹੁਣ ਲਿਆ ਹੈ ਨਾ ਆਪਾਂ ਨੇ, ਬਸ ਇਹ ਤਾਂ ਖਜ਼ਾਨੇ 'ਚ ਪੈ ਗਿਆ, ਇਹ ਤਾਂ ਜਮ੍ਹਾਂ ਹੋ ਗਏ ਸਾਡੇ ਅਕਾਊਂਟ ਦੇ ਵਿੱਚ। ਸੱਚਖੰਡ ਪਰਲੋਕ ਦੇ ਵਿੱਚ ਕੰਮ ਆਊਗਾ। ਤਾਂ ਤੇ ਇਹੋ ਜਿਹਾ ਆਨੰਦ ਦੁਨੀਆ ਦਾ ਕੋਈ ਵੀ ਨਹੀਂ ਜਿਹੜਾ ਗੁਰਬਾਣੀ ਵਿੱਚ ਮਿਲਦਾ। ਸਤਿਗੁਰੂ ਜੀ ਕਿਰਪਾ ਕਰਨ, ਐਸੀ ਸਿੱਖਿਆ ਸਾਡੇ ਹਿਰਦੇ ਵਿੱਚ ਵਸ ਜਾਵੇ, ਜਿਸ ਨੂੰ ਪੜ੍ਹ ਸੁਣ ਉਪਮਾ ਕੇ ਨਿਹਾਲ ਹੋਈਏ। ਹੋਈਆਂ ਗਲਤੀਆਂ ਦੀ ਆਪ ਸੰਗਤ ਨੇ ਖਿਮਾ ਕਰਨੀ ਹੈ ਜੀ। ਸਾਧ ਸੰਗ ਜੋ ਤੁਮ ਹੈ ਮਿਲਾਇਓ, ਤਉ ਸੁਨੀ ਤੁਮਾਰੀ ਬਾਣੀ।
ਆਨੰਦ ਭਇਆ ਪੇਖਤ ਹੀ ਨਾਨਕ, ਪਰਤਾਪ ਪੁਰਖ ਨਿਰਵਾਣੀ। ਵਾਹ।